अच्छा जी, सो आओ मेरे नाल प्रभु दे वचन दे विच ਅਸੀਂ ਕੂਚ ਦੇ 15ਵੇਂ ਭਾਵ ਦੇ ਵਿੱਚ ਪਹੁੰਚ ਚੁੱਕੇ ਹਾਂ। ਕੂਚ ਦੇ 15ਵੇਂ ਭਾਵ ਦੇ ਵਿੱਚ ਪ੍ਰਭੂ ਦੇ ਬੰਦੇ ਨੇ मूसा ने और उसकी मूसा की भैन ने प्रभु ਨੂੰ बरकत ਦਿੱਤੀ ਆ और ਉੱਥੇ ਅਸੀਂ ਸਭ ਤੋਂ ਪਹਿਲਾ ਜਿਹੜਾ ਜਬੂਰ ਆ ਪਹਿਲੇ ਜਬੂਰ ਦੀ ਅਸੀਂ ਲਿਖਤ ਇੱਥੇ ਹੁੰਦੀ ਦੇਖਦੇ ਹਾਂ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਅਸੀਂ ਦੇਖਿਆ ਸੀ ਕਿ ਦੂਸਰੇ ਪਾਸੇ ਅਸੀਂ ਦੇਖਿਆ ਸੀ ਇੱਕ ਰਾਜਾ ਜਿਸ ਦਾ ਨਾਂ ਅਖਨਿਆਤਨ ਸੀਗਾ, ਜਿਸ ਨੇ ਜਿਹੜੇ ਸਾਰੇ ਦੇਵਤਿਆਂ ਦੀ ਪੂਜਾ ਬੰਦ ਕਰਵਾ ਦਿੱਤੀ ਸੀ और उसने भी एक देवते की पूजा करनी शुरू कर दी सी, जो जिसका उसने रोशनी के देवते की उसने की सी। रोशनी कौन दिंदा? सूरज। सो उसने सब मूर्तियां जड़ियां उन्हां दियां सीगियां कि धड़ बंदे दा सिर जिहड़ा हैगा वो जानवर दा जां सारे दा सारा जिहड़ा देवता वो जानवर दा बनिया आ, वो सारियां उसने बंद करवा दित्तियां सीगियां। उसने कहा कि इन्हां मंदिरां दे विच कोई नहीं जाएगा। सो उसने एक परमेश्वर की प्रस्तुति शुरू कराई सी। और अमेजिंग चीज यह है कि जिहड़ा जबूर उसने आतन दे लई गाया, सूरज देवते दे लई गाया, और जो जिहड़ा मूसा दा हैगा सच सच इन्हां दी सिमिलरिटीज बहुत उन्होंने दोवां दे विच सिमिलरिटीज गिणियां जांदियां। सो उत्थों ये पता लगदा कि प्रभु ने उन्होंने भी टच कीता, लेकिन क्योंकि प्रभु जानता सीगा कि इन्होंने वापस उस चीज दे विच चले जाना, सो इस करके प्रभु ने उन्होंने उहदे तो अगे प्रभु उसनूं लैके नहीं गया। सो आओ सब तो पहला असीं 15वां भाव इसकी एक आयत तो लैके अज 21 आयत तक देखांगे और फिर असीं उस तो अगे वधांगे। मैं पढ़ना पास जिसनूं मैं पढ़दा। हाँ जी, मूसा दा गीत। तद मूसा ਅਤੇ ਇਜ਼ਰਾਈਲੀ ਲੋਕਾਂ ਨੇ ਪ੍ਰਭੂ ਦੇ ਲਈ ਇਹ ਗੀਤ ਗਾਇਆ, ਮੈਂ ਪ੍ਰਭੂ ਦੀ ਵਡਿਆਈ ਕਰਾਂਗਾ, ਉਸਨੇ ਮਹਾਨ ਜਿੱਤ ਪ੍ਰਾਪਤ ਕੀਤੀ ਹੈ। ਉਸਨੇ ਘੋੜਿਆਂ ਤੇ ਉਹਨਾਂ ਦੇ ਸਵਾਰਾਂ ਨੂੰ ਸਾਗਰ ਵਿੱਚ ਵਹਾ ਦਿੱਤਾ। ਪ੍ਰਭੂ ਮੇਰਾ ਬਲ ਹੈ, ਉਹ ਮੇਰੇ ਗੀਤ ਦਾ ਵਿਸ਼ਾ ਹੈ। ਉਹ ਮੇਰਾ ਮੁਕਤੀਦਾਤਾ ਹੈ, ਉਹੀ ਮੇਰਾ ਪਰਮੇਸ਼ਵਰ ਹੈ, ਮੈਂ ਉਸ ਦੀ ਮਹਿਮਾ ਗਾਵਾਂਗਾ। ਉਹ ਮੇਰੇ ਪਿਤਾ ਦਾ ਪਰਮੇਸ਼ਵਰ ਹੈ, ਮੈਂ ਉਸ ਦੇ ਨਾਂ ਦੀ ਵਡਿਆਈ ਕਰਾਂਗਾ। ਪ੍ਰਭੂ ਵੱਡਾ ਯੋਧਾ ਹੈ, ਉਸ ਦਾ ਨਾਂ ਪ੍ਰਭੂ ਹੈ। ਮਿਸਰੀ ਫੌਜ ਤੇ ਰੱਥ ਸਵਾਰਾਂ ਨੂੰ ਉਸਨੇ ਸਾਗਰ ਵਿੱਚ ਵਹਾ ਦਿੱਤਾ। ਉਹਨਾਂ ਦੇ ਚੁਣੇ ਹੋਏ ਫੌਜੀ ਅਫਸਰਾਂ ਨੂੰ ਪਾਣੀ ਵਿੱਚ ਡੁਬੋ ਦਿੱਤਾ। ਡੂੰਘੇ ਸਾਗਰ ਨੇ ਉਹਨਾਂ ਨੂੰ ਆਪਣੇ ਅੰਦਰ ਢੱਕ ਲਿਆ। ਪੱਥਰ ਵਾਂਗ ਉਹ ਉਸ ਦੀ ਡੂੰਘਾਈ ਵਿੱਚ ਹੇਠਾਂ ਬੈਠ ਗਏ। ਹੇ ਪ੍ਰਭੂ, ਤੇਰਾ ਸੱਜਾ ਹੱਥ ਵੱਡਾ ਬਲੀ ਹੈ। ਹੇ ਪ੍ਰਭੂ, ਤੇਰੇ ਸੱਜੇ ਹੱਥ ਨੇ ਉਹਨਾਂ ਨੂੰ ਖਿੰਡਾ ਦਿੱਤਾ। ਤੂੰ ਆਪਣੇ ਪ੍ਰਤਾਪ ਨਾਲ ਆਪਣੇ ਵੈਰੀਆਂ ਨੂੰ ਡੇਗ ਦਿੱਤਾ। ਤੂੰ ਆਪਣੇ ਕ੍ਰੋਧ ਦੀ ਅੱਗ ਨਾਲ ਉਹਨਾਂ ਨੂੰ ਭਸਮ ਕਰ ਦਿੱਤਾ। ਤੇਰੇ ਇੱਕ ਫਕਾਰੇ ਨਾਲ ਪਾਣੀ ਇੱਕ ਥਾਂ ਇਕੱਠੇ ਹੋ ਗਏ। ਉਹ ਕੰਧਾਂ ਦੀ ਤਰ੍ਹਾਂ ਖੜੇ ਹੋ ਗਏ। ਡੂੰਘੇ ਸਾਗਰ ਦੇ ਹੇਠੋਂ ਸੁੱਕੀ ਧਰਤੀ ਨਿਕਲ ਆਈ। ਵੈਰੀਆਂ ਨੇ ਸੋਚਿਆ, ਮੈਂ ਪਿੱਛਾ ਕਰਕੇ ਫੜ ਲਵਾਂਗਾ, ਮੈਂ ਲੁੱਟ ਨੂੰ ਆਪਣੀ ਇੱਛਾ ਅਨੁਸਾਰ ਵੰਡ ਲਵਾਂਗਾ, ਮੈਂ ਆਪਣੇ ਹੱਥ ਦੀ ਤਲਵਾਰ ਨਾਲ ਉਹਨਾਂ ਦਾ ਨਾਸ਼ ਕਰ ਦੇਵਾਂਗਾ। ਪਰ ਤੇਰੇ ਇੱਕ ਫਕਾਰੇ ਨਾਲ ਪਾਣੀ ਨੇ ਮਿਸਰੀਆਂ ਨੂੰ ਅੰਦਰ ਢੱਕ ਲਿਆ। ਉਹ ਲੋਹੇ ਦੇ ਵਾਂਗ ਉਸ ਦੇ ਅੰਦਰ ਡੁੱਬ ਗਏ। ਹੇ ਪ੍ਰਭੂ, ਤੇਰੇ ਵਰਗਾ ਸਭ ਦੇਵਤਿਆਂ ਵਿੱਚ ਕੌਣ ਹੈ? ਤੇਰੇ ਵਰਗਾ ਕੌਣ ਮਹਾਪ੍ਰਤਾਪੀ ਪਵਿੱਤਰ ਹੈ? ਕੌਣ ਤੇਰੇ ਵਰਗੇ ਮਹਾਨ ਅਦਭੁਤ ਕੰਮ ਕਰ ਸਕਦਾ ਹੈ? ਤੇਰੇ ਅੱਗੇ ਹੱਥ ਕਰਨ ਤੇ ਹੀ ਧਰਤੀ ਤੇਰੇ ਵੈਰੀਆਂ ਨੂੰ ਨਿਗਲ ਗਈ। ਤੂੰ ਆਪਣੀ ਦਿਆਲਤਾ ਦੇ ਕਾਰਨ ਹੀ ਆਪਣੇ ਬਚਾਏ ਲੋਕਾਂ ਦੀ ਅਗਵਾਈ ਕੀਤੀ। ਤੂੰ ਉਹਨਾਂ ਨੂੰ ਆਪਣੀ ਪਵਿੱਤਰ ਧਰਤੀ ਤੇ ਆਪਣੇ ਬਲ ਨਾਲ ਲੈ ਗਿਆ। ਤੇਰੇ ਬਾਰੇ ਸੁਣਦਿਆਂ ਹੀ ਲੋਕ ਕੰਬ ਉੱਠੇ। ਫਿਲਿਸਤ ਵਾਸੀ ਤ੍ਰਹਿ ਉੱਠੇ। ਅਦੋਮੀ ਸਰਦਾਰ ਭੈਭੀਤ ਹੋ ਉੱਠੇ। ਮੁਆਬੀ ਸੂਰਮੇ ਕੰਬਣ ਲੱਗੇ ਅਤੇ ਕਨਾਨ ਨਿਵਾਸੀ ਦਿਲ ਛੱਡ ਬੈਠੇ। ਉਹਨਾਂ ਸਭ ਤੇ ਭੈ ਛਾ ਗਿਆ। ਤੇਰੇ ਬਾਜੂ ਦੇ ਜ਼ੋਰ ਕਾਰਨ ਉਹ ਨਿਚਲ ਹੋ ਗਏ, ਪਰ ਤੇਰੇ ਮੁੱਲ ਲਏ ਹੋਏ ਲੋਕ ਪਾਰ ਲੰਘ ਗਏ। ਤੂੰ ਉਹਨਾਂ ਨੂੰ ਆਪਣੇ ਪਹਾੜ ਤੇ ਲਿਆ ਕੇ ਵਸਾਏਗਾ। ਹੇ ਪ੍ਰਭੂ, ਤੂੰ ਉਸ ਨੂੰ ਆਪਣੇ ਰਹਿਣ ਦੀ ਥਾਂ ਚੁਣਿਆ ਹੈ ਅਤੇ ਆਪਣੇ ਪਵਿੱਤਰ ਥਾਂ ਬਣਾਇਆ ਹੈ। ਹੇ ਪ੍ਰਭੂ, ਤੂੰ ਸਦੀਪਕ ਕਾਲ ਤੱਕ ਰਾਜ ਕਰੇਂਗਾ। ਮਿਰਜਮ ਦਾ ਗੀਤ। ਸੋ ਇਜ਼ਰਾਈਲੀ ਲੋਕ ਸਾਗਰ ਦੇ ਵਿੱਚ ਦੀ ਸੁੱਕੀ ਧਰਤੀ ਦੇ ਹੁੰਦੇ ਹੋਏ ਦੂਜੇ ਪਾਸੇ ਪਹੁੰਚ ਗਏ। ਪਰ ਜਦੋਂ ਫਿਰੌਨ ਰਾਜਾ ਦੇ ਰੱਥ ਸਵਾਰਾਂ ਘੋੜ ਸਵਾਰਾਂ ਨੇ ਉੱਥੋਂ ਦੀ ਚੱਲ ਕੇ ਉਹਨਾਂ ਦਾ ਪਿੱਛਾ ਕੀਤਾ, ਪ੍ਰਭੂ ਨੇ ਵਾਪਸ ਉਹਨਾਂ ਉੱਤੋਂ ਦੀ ਪਾਣੀ ਵਹਾ ਦਿੱਤਾ। ਉਸ ਸਮੇਂ ਹਾਰੂਨ ਦੀ ਭੈਣ ਮਿਰਜਮ, ਜੋ ਇੱਕ ਨਬੀਆ ਸੀ, ਆਪਣੇ ਹੱਥ ਵਿੱਚ ਡਫ ਲੈ ਕੇ ਨਿਕਲੀ ਅਤੇ ਉਸ ਦੇ ਪਿੱਛੇ ਹੋਰ ਔਰਤਾਂ ਵੀ ਡਫਾਂ ਵਜਾਉਂਦੀਆਂ ਅਤੇ ਨੱਚਦੀਆਂ ਨਿਕਲੀਆਂ।
ਮਿਰਜਮ ਉਹਨਾਂ ਦੇ ਅੱਗੇ ਅੱਗੇ ਗਾ ਰਹੀ ਸੀ, ਪ੍ਰਭੂ ਦੀ ਵਡਿਆਈ ਕਰੋ, ਉਸਨੇ ਮਹਾਨ ਜਿੱਤ ਪ੍ਰਾਪਤ ਕੀਤੀ ਹੈ, ਉਸਨੇ ਘੋੜਿਆਂ ਤੇ ਉਹਨਾਂ ਦੇ ਸਵਾਰਾਂ ਨੂੰ ਸਾਗਰ ਵਿੱਚ ਵਹਾ ਦਿੱਤਾ। ਆਮੇਨ। ਨਗਰ ਦੇ ਵਿੱਚ ਅਸੀਂ ਜੋ ਅਸੀਂ ਇੱਥੇ ਦੇਖਦੇ ਪਏ ਸੀਗੇ ਉਹ ਇਹ ਆ ਕਿ ਇਸ ਦੇ ਵਿੱਚ ਜ਼ਬੂਰ ਦੇ ਵਿੱਚ ਅਸੀਂ 3 ਮੇਨ ਚੀਜ਼ਾਂ ਦੇਖਦੇ। ਨੰਬਰ 1, ਜਿਹੜੀ ਸਭ ਤੋਂ ਪਹਿਲੀ ਚੀਜ਼ ਆ, ਇਸ ਦੇ ਵਿੱਚ ਨੇਚਰ, ਜਿਹੜੀ ਪ੍ਰਭੂ ਦੀ ਨੇਚਰ ਆ, ਉਹ ਸਾਨੂੰ ਦੱਸੀ ਗਈ ਕਿ ਪ੍ਰਭੂ ਕੌਣ, ਔਰ ਉਸਦੇ ਲਈ ਜਿਹੜਾ ਸ਼ਬਦ ਵਰਤਿਆ ਗਿਆ ਉਹ ਦਿਆਲੂ, ਕਿਰਪਾਲੂ ਤੇ ਜੇਤੂ। ਦਿਆਲੂ, ਕਿਰਪਾਲੂ ਤੇ ਜੇਤੂ। ਹੁਣ ਦੇਖੋ, ਪ੍ਰਭੂ ਨੇ ਉਹਨਾਂ ਦੇ ਲਈ ਇੱਕ ਤਾਂ ਵੱਡਾ ਕੰਮ ਇਹ ਕੀਤਾ ਕਿ ਜਿਹੜੀ ਇਸ ਵੇਲੇ ਪੂਰੀ ਦੀ ਪੂਰੀ ਜਿਹੜੀ ਫੌਜ ਆ ਉਸਦਾ ਲੱਕ ਟੁੱਟ ਚੁੱਕਾ, ਔਰ ਹੁਣ ਉਹ ਕਦੀ ਇਹਨਾਂ ਦਾ ਪਿੱਛਾ ਨਹੀਂ ਕਰਨਗੇ, ਕਿਉਂਕਿ ਮੁੜ ਕੇ ਫੌਜ ਇੱਕ ਵਾਰੀ ਤਿਆਰ ਕਰਦਿਆਂ ਨੂੰ ਸਮਾਂ ਲੱਗਣਾ, ਉਹ ਮੁੜ ਕੇ ਪਿੱਛਾ ਨਹੀਂ ਕਰਨਗੇ। ਉਹਨੇ ਸਮੇਂ ਦੇ ਵਿੱਚ, ਜਿੱਦਾਂ ਅਸੀਂ ਪਰਸੋਂ ਦੇਖਿਆ ਸੀ ਕਿ ਉਹਨੇ ਸਮੇਂ ਦੇ ਵਿੱਚ ਉਸਨੇ ਇੱਕ ਐਸਾ ਉੱਥੇ ਫੈਰਾਉਨ ਲਿਆਂਦਾ, ਇੱਕ ਐਸਾ ਰਾਜਾ ਲਿਆਂਦਾ, ਇੱਕ ਐਸਾ ਫੈਰੋ ਲਿਆਂਦਾ ਜਿਸ ਦਾ ਮਨ ਆਪਣੇ ਦੇਵੀ ਦੇਵਤਿਆਂ ਤੋਂ ਟੁੱਟ ਗਿਆ, ਔਰ ਉਸਨੇ ਉੱਥੋਂ ਜਿਹੜੀ ਉਸਦੀ ਕੈਪੀਟਲ ਸੀ, ਉਸਨੇ ਆਪਣੀ ਕੈਪੀਟਲ ਹੀ ਛੱਡ ਦਿੱਤੀ, ਔਰ ਅਮਾਨਾ ਦੇ ਵਿੱਚ ਜਾ ਕੇ ਉਸਨੇ ਆਪਣੀ ਨਵੀਂ ਕੈਪੀਟਲ ਬਣਾਈ, ਔਰ ਇੱਕ ਉਸਨੇ ਸਨ ਗਾਡ ਨੂੰ ਕਿਹਾ ਕਿ ਇੱਕੋ ਹੀ ਪਰਮੇਸ਼ਰ, ਜਿਹੜਾ ਰੋਸ਼ਨੀ ਦਾ ਪਰਮੇਸ਼ਰ। ਸੋ ਉਸਨੇ ਜਿਹੜਾ ਆਪਣੇ ਸੋਚ ਦੇ ਅਨੁਸਾਰ ਉਸਨੇ ਸੂਰਜ ਦਾ ਕੋਈ ਸ਼ਕਲ ਨਹੀਂ ਸੀ, ਬੰਦੇ ਵਰਗੀ ਸ਼ਕਲ ਨਹੀਂ ਉਸਨੇ ਬਣਾਈ, ਨਾ ਜਾਨਵਰ ਵਰਗੀ ਬਣਾਈ, ਸੂਰਜ ਦੀ ਜਿੱਦਾਂ ਡਿਸਕ ਆ ਉਸੇ ਬਣਾਈ, ਔਰ ਉਸਦੇ ਵਿੱਚੋਂ ਹੱਥ, ਜਿੱਦਾਂ ਉਹਦੀਆਂ ਕਿਰਨਾਂ ਦੇ ਕੱਢ ਕੇ ਉਹਦੇ ਉੱਤੇ ਅੱਗੇ ਹੱਥ ਸੀਗਾ, ਔਰ ਫਿਰ ਉਸਨੂੰ ਇਹ ਸਾਰਾ ਕੁਝ ਕਰਦਿਆਂ 40 ਸਾਲ ਲੱਗ ਗਏ। ਲੇਕਿਨ ਉਹਨੇ ਸਮੇਂ ਦੇ ਵਿੱਚ ਇਹ ਜਿੱਥੇ ਪ੍ਰਭੂ ਨੇ ਇਹਨਾਂ ਨੂੰ ਪਹੁੰਚਾਉਣਾ ਸੀ ਉੱਥੇ ਪਹੁੰਚਾ ਦਿੱਤਾ। ਸੋ ਉਹ ਇਹਨਾਂ ਦੇ ਪਿੱਛੇ ਨਹੀਂ ਆਏ। ਅਗਲਿਆਂ ਦੇ ਜਿੱਥੇ ਜਾਣਾ ਆ, ਉਹਨਾਂ ਦੇ ਦਿਲਾਂ ਦੇ ਵਿੱਚ ਪ੍ਰਭੂ ਨੇ ਡਰ ਆਲਰੇਡੀ ਪਾਤੇ, ਹਾਲੇ ਉੱਥੇ ਪਹੁੰਚੇ ਨਹੀਂ ਗਏ, ਲੇਕਿਨ ਉਹ ਆਲਰੇਡੀ ਉਹਨਾਂ ਨੂੰ ਡਰਾਤਾ। ਪ੍ਰਭੂ ਨੇ ਦੱਸ ਦਿੱਤਾ, ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਖੌਫ ਆ ਗਿਆ ਕਿ ਇਹ ਕਿੱਦਾਂ ਦੇ ਪਰਮੇਸ਼ਰ ਦੇ ਲੋਕ ਆ ਜਿਨ੍ਹਾਂ ਦੇ ਲਈ ਉਹ ਪਾਣੀਆਂ ਨੂੰ ਖੋਲਦਾ। ਔਰ ਜਿਹੜੀ ਤੀਸਰੀ ਚੀਜ਼ ਅਸੀਂ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਮੁੱਲ ਲਏ ਹੋਏ ਲੋਕ, ਪ੍ਰਭੂ ਦੇ ਖਰੀਦੇ ਹੋਏ ਲੋਕ, ਔਰ ਖਰੀਦ ਪ੍ਰਭੂ ਉਸਦੀ ਕਰਦਾ ਜਿਹੜਾ ਨਮਰ ਹੋ ਕੇ ਉਸਦੇ ਕੋਲ ਜਾਂਦਾ। ਕਿਉਂਕਿ ਜਿਸਲੇ ਆਦਮ ਔਰ ਹਵਾ ਨੂੰ ਪ੍ਰਭੂ ਨੇ ਪੁੱਛਿਆ ਸੀ ਕਿ ਤੂੰ ਕਿੱਥੇ ਆ, ਕਹਿੰਦਾ ਮੈਂ ਡਰ ਗਿਆ ਕਿਉਂਕਿ ਮੈਂ ਨੰਗਾ। ਤੈਨੂੰ ਕਿਹਨੇ ਦੱਸ ਦਿੱਤਾ ਤੂੰ ਨੰਗਾ ਹੈ? ਤੂੰ ਕਿਤੇ ਫਲ ਤਾਂ ਨਹੀਂ ਖਾ ਲਿਆ? ਇਹ ਔਰਤ ਜਿਹੜੀ ਤੂੰ ਮੈਨੂੰ ਦਿੱਤੀ ਇਸਨੇ ਫਲ ਦਿੱਤਾ। ਸੋ ਉਸਨੇ ਆਪਣਾ ਸਾਰਾ ਇਲਜ਼ਾਮ ਲਾ ਕੇ ਹਵਾ ਤੇ ਪਾਤਾ। ਹਵਾ ਨੂੰ ਪੁੱਛਿਆ ਪ੍ਰਭੂ ਨੇ, ਉਸਨੇ ਆਪਣਾ ਸਾਰਾ ਇਲਜ਼ਾਮ ਪਾ ਕੇ ਚੱਕ ਕੇ ਤੇ ਸੱਪ ਨੂੰ ਦੇ ਦਿੱਤਾ, ਸ਼ੈਤਾਨ ਉੱਤੇ ਪਾਤਾ। didn't work। ਇੱਕ ਪ੍ਰਭੂ ਦੇ ਵਿੱਚ ਔਰ ਉਹ ਇੱਕ ਦਰਾੜ ਪੈ ਗਈ, ਇੱਕ ਦਰਾੜ ਪੈ ਗਈ। ਲੇਕਿਨ ਪ੍ਰਭੂ ਨੇ ਕਿਹਾ ਮੈਂ ਇਸ ਦਰਾੜ ਨੂੰ ਮੁੜ ਕੇ ਜੋੜੂਗਾ। ਔਰ ਉੱਥੇ ਉਸਨੇ ਆਪਣੇ ਪੁੱਤਰ ਦਾ ਵਾਅਦਾ ਕੀਤਾ। ਪੁੱਤਰ ਕੋ ਅਸੀਂ ਕਿਸ ਤਰੀਕੇ ਦੇ ਨਾਲ ਆਉਂਦੇ ਹਾਂ, ਕਿਸ ਤਰ੍ਹਾਂ ਅਸੀਂ ਖਰੀਦੇ ਜਾਂਦੇ ਹਾਂ। ਜਿਸ ਵੇਲੇ ਅਸੀਂ ਆ ਕੇ, ਉਹਨਾਂ ਨੇ ਪਾਪ ਸਵੀਕਾਰ ਨਹੀਂ ਸੀ ਕੀਤਾ। ਆਦਮ ਨੇ ਜੇ ਆਦਮ ਕਹਿੰਦਾ ਕਿ ਮੈਂ ਗਲਤੀ ਤੇ ਹਾਂ, ਮੇਰੇ ਤੋਂ ਪਾਪ ਹੋਇਆ, ਤਾਂ ਉਹਦੀ ਜਾਨ ਉੱਥੇ ਹੀ ਬਚਾਈ ਜਾਣੀ ਸੀ, ਉੱਥੇ ਸਭ ਕੁਝ ਹੋ ਜਾਣਾ ਸੀ। ਲੇਕਿਨ ਦੋਨਾਂ ਨੇ ਇਲਜ਼ਾਮ ਜਿਹੜਾ ਦਿੱਤਾ ਉਹ ਪ੍ਰਭੂ ਨੂੰ ਦਿੱਤਾ ਕਿ ਆਹ ਔਰਤ ਜਿਹੜੀ ਤੂੰ ਬਣਾਈ ਹੈ ਮੈਨੂੰ ਦਿੱਤੀ ਹੈ। ਉਸਨੇ ਕਿਹਾ ਆਹ ਸੱਪ ਜਿਹੜਾ ਤੂੰ ਬਣਾਇਆ। You see that? ਔਰ ਜਿਸ ਲਈ ਅਸੀਂ ਪ੍ਰਭੂ ਦੇ ਕੋਲ ਆਉਂਦੇ ਹਾਂ, ਅਸੀਂ ਆਪਣਾ ਗੁਨਾਹ ਮੰਨਦੇ ਹਾਂ, then he redeem us, ਫਿਰ ਉਹ ਸਾਨੂੰ ਵਾਪਸ ਲਿਆਂਦਾ। ਇਸ ਤਰ੍ਹਾਂ ਅਸੀਂ ਮਸੀਹ ਦੇ ਵਿੱਚ ਬਚਾਏ ਜਾਂਦੇ ਹਾਂ। ਉਹ ਸਾਡੀ ਕੀਮਤ ਦਿੰਦਾ,
ਔਰ ਉਸ ਕੀਮਤ ਦੇ ਵਿੱਚ ਅਸੀਂ ਬਚਾਏ ਜਾਂਦੇ। ਸੋ ਇਸ ਕਰਕੇ ਉਹ ਕਹਿ ਰਿਹਾ ਤੇਰੇ ਮੁੱਲ ਲਏ ਗਏ ਲੋਕ। ਸਭ ਤੋਂ ਪਹਿਲੀ ਵਾਰੀ ਵਚਨ ਦੇ ਵਿੱਚ ਇਹ ਕੀਮਤ ਦਾ ਜਿਹੜਾ ਸ਼ਬਦ ਆਇਆ। ਸੋ ਅਸੀਂ ਗਾਂ ਜਾ ਕੇ ਦੇਖਦੇ ਹਾਂ ਤੀਸਰੀ ਉਹਨਾਂ ਦੀ ਜਿਹੜੀ ਪ੍ਰਸਤੇਸ਼ਨ, ਕਿ ਉਹ ਸਾਰੀਆਂ ਸ਼ੁਕਰਗੁਜ਼ਾਰੀਆਂ ਪ੍ਰਭੂ ਦੀਆਂ ਚੇਤੇ ਕਰਦੇ ਪਏ ਕਿ ਪ੍ਰਭੂ ਨੇ ਕਿਸ ਤਰ੍ਹਾਂ ਘੋੜ ਸਵਾਰਾਂ ਤੋਂ ਉਹਨਾਂ ਨੂੰ ਬਚਾ ਲਿਆ, ਔਰ ਪ੍ਰਭੂ ਨੇ ਕਿਸ ਤਰ੍ਹਾਂ ਪਾਣੀਆਂ ਨੂੰ ਖੋਲ ਕੇ ਉਹਨਾਂ ਦੇ ਲਈ ਇੱਕ ਰਸਤਾ ਤਿਆਰ ਕੀਤਾ। ਇਹ ਚੀਜ਼ਾਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ ਹਾਂ। ਇਸ ਦੇ ਵਿੱਚ ਅਸੀਂ ਇੱਕ ਇਤਿਹਾਸ ਦੇਖਦੇ ਪਏ ਹਾਂ ਜਿੱਥੋਂ ਉਹ ਛੁੱਟ ਕੇ ਆਏ। ਇਸ ਦੇ ਵਿੱਚ ਅੱਜ ਦਾ ਦਿਨ ਉਹਨਾਂ ਦਾ ਦੇਖਦੇ ਪਏ ਹਾਂ। ਉਹਦੇ ਵਿੱਚ ਜਿੱਥੇ ਉਹ ਜਾ ਰਹੇ ਆ ਉਹ ਫਿਊਚਰ ਦੇਖਦੇ ਪਏ ਹਾਂ। ਸੋ ਇਹਦੇ ਵਿੱਚ ਹਿਸਟਰੀ ਵੀ ਆ, ਜਿੱਥੇ ਉਹ ਬੈਠੇ ਆ ਉਦੋਂ ਦਾ ਵਰਤਮਾਨ ਵੀ ਆ, ਔਰ ਜਿੱਥੇ ਉਹ ਜਾ ਰਹੇ ਆ ਉੱਥੇ ਦੀ ਪ੍ਰੋਫੈਸੀ ਵੀ ਇਹਦੇ ਵਿੱਚ ਆ। ਸੋ ਇਟਸ ਅਮੇਜ਼ਿੰਗ ਸਾਮ ਇਹ ਜਿਹੜਾ ਅਸੀਂ ਜ਼ਰੂਰ ਦੇਖਿਆ ਮੂਸਾ ਦਾ। ਇਟਸ ਸੱਚ ਅ ਬਲੈਸਿੰਗ। ਸੋ ਆਓ ਹੁਣ ਆਪਾਂ 22 ਆਇਤ ਤੋਂ ਅੱਗੇ ਵਧੀਏ। 22 ਆਇਤ ਤੋਂ ਲੈ ਕੇ ਅਸੀਂ 27 ਆਇਤ ਤੱਕ ਹੁਣ ਜਾਵਾਂਗੇ, ਜਿਸ ਨੂੰ ਮੈਂ ਪੜ੍ਹਦੀ ਹਾਂ ਬਸ। Good. ਬੜਾ ਪਾਣੀ। ਫਿਰ ਮੂਸਾ ਇਸਰਾਏਲੀਆਂ ਨਾਲ ਸਾਗਰ ਤੋਂ ਅੱਗੇ ਸੂਰ ਦੀ ਉਜਾੜ ਵੱਲ ਗਿਆ। ਉਹ 3 ਦਿਨਾਂ ਤੱਕ ਚੱਲਦੇ ਰਹੇ, ਪਰ ਉਹਨਾਂ ਨੂੰ ਪਾਣੀ ਕਿਤੇ ਨਾ ਮਿਲਿਆ। ਉਹ ਚੱਲਦੇ ਹੋਏ ਮਾਰਾ ਨਾਂ ਦੀ ਥਾਂ ਤੇ ਆਏ ਜਿੱਥੇ ਪਾਣੀ ਸੀ, ਪਰ ਉਹ ਲੋਕ ਉੱਥੇ ਦਾ ਪਾਣੀ ਨਾ ਪੀ ਸਕੇ ਕਿਉਂਕਿ ਉਹ ਬਹੁਤ ਕੌੜਾ ਸੀ। ਇਸ ਲਈ ਉਸ ਥਾਂ ਦਾ ਨਾਮ ਮਾਰਾ ਪੈ ਗਿਆ। ਇਸ ਤੇ ਲੋਕ ਮੂਸਾ ਤੇ ਇਹ ਕਹਿ ਕੇ ਬੁੜਬੁੜਾਉਣ ਲੱਗੇ, ਅਸੀਂ ਕੀ ਪੀਏ? ਮੂਸਾ ਨੇ ਇਸ ਦੇ ਲਈ ਪ੍ਰਭੂ ਨੂੰ ਪੁਕਾਰਿਆ ਅਤੇ ਪ੍ਰਭੂ ਨੇ ਉਸਨੂੰ ਇੱਕ ਰੁੱਖ ਦਿਖਾਇਆ ਜਿਸ ਦੀ ਲੱਕੜੀ ਉਸਨੇ ਪਾਣੀ ਵਿੱਚ ਸੁੱਟੀ ਅਤੇ ਉਹ ਪਾਣੀ ਮਿੱਠਾ ਹੋ ਗਿਆ। ਉੱਥੇ ਪ੍ਰਭੂ ਨੇ ਉਹਨਾਂ ਨੂੰ ਵਿਧੀਆਂ ਅਤੇ ਨਿਯਮ ਦਿੱਤੇ ਅਤੇ ਉਸਨੇ ਉਹਨਾਂ ਦੀ ਪ੍ਰੀਖਿਆ ਵੀ ਲਈ। ਉਸਨੇ ਕਿਹਾ, ਜੇਕਰ ਤੁਸੀਂ ਪੂਰੀ ਆਗਿਆਕਾਰੀ ਨਾਲ ਮੇਰੀ ਆਵਾਜ਼ ਸੁਣੋਗੇ ਅਤੇ ਜੋ ਮੇਰੇ ਸਾਹਮਣੇ ਠੀਕ ਹੈ ਉਹੀ ਕਰੋਗੇ, ਮੇਰੇ ਹੁਕਮਾਂ ਅਤੇ ਵਿਧੀਆਂ ਦੀ ਪਾਲਣਾ ਕਰੋਗੇ, ਤਾਂ ਮੈਂ ਤੁਹਾਡੇ ਉੱਤੇ ਮਿਸਰ ਵਿਚਲੀ ਕੋਈ ਬਿਮਾਰੀ ਨਹੀਂ ਘੱਲਾਂਗਾ। ਇਸ ਦੇ ਪਿੱਛੋਂ ਉਹ ਏਲਮ ਨਾਂ ਦੀ ਥਾਂ ਤੇ ਆਏ ਜਿੱਥੇ ਪਾਣੀ ਦੇ 12 ਚਸ਼ਮੇ ਅਤੇ 70 ਖਜੂਰ ਦੇ ਰੁੱਖ ਸਨ। ਉੱਥੇ ਹੀ ਉਹਨਾਂ ਆਪਣੇ ਡੇਰੇ ਲਾ ਲਏ। ਆਮੀਨ। ਸੋ ਹੁਣ ਅਸੀਂ ਉਹਨਾਂ ਨੂੰ ਮਾਊਂਟ ਸਾਇਨਾਈ ਵੱਲ ਨੂੰ ਵੱਧਦਾ ਦੇਖਦੇ ਪਏ, ਰਾਈਟ। ਸੋ ਅਸੀਂ ਕੱਲ ਨੂੰ ਜਿਸ ਲਈ ਆਵਾਂਗੇ ਤਾਂ ਅਸੀਂ ਕੱਲ ਨੂੰ ਉਹ ਸਾਰੇ ਮੈਪ ਦੇਖਾਂਗੇ ਕਿ ਉਹ ਕਿੱਦਾਂ ਗਏ, ਕਿੱਧਰ ਦੀ ਨਿਕਲ ਕੇ ਗਏ ਆ, ਕਿਸ ਤਰ੍ਹਾਂ ਉਹਨਾਂ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਆ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ 3 ਦਿਨ ਚੱਲਦਿਆਂ ਨੂੰ ਹੋ ਗਏ ਆ, ਔਰ ਉਹਨਾਂ ਨੇ 12 ਤਰੀਕ ਨੂੰ, ਮਈ ਦੀ 12 ਤਰੀਕ ਨੂੰ ਉਹਨਾਂ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਮਸੀਹ ਦੇ ਆਉਣ ਤੋਂ 1462 ਸਾਲ ਪਹਿਲਾਂ ਉਹਨਾਂ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਔਰ ਜਿਸ ਵੇਲੇ ਉਹ ਹੁਣ ਉੱਥੇ ਪਹੁੰਚੇ ਆ ਤੇ ਪਾਣੀ ਕੌੜਾ ਹੈ। ਔਰ ਤੁਸੀਂ ਇੱਕ ਚੀਜ਼ ਦੇਖੋ ਕਿ ਹਰ ਇੱਕ ਚੀਜ਼ ਦੇ ਲਈ ਉਹ ਮੂਸਾ ਨੂੰ ਬਲੇਮ ਦਿੰਦੇ। ਸੋ ਉਹਨਾਂ ਨੇ ਮੂਸਾ ਨੂੰ ਕਿਹਾ ਕਿ ਅਸੀਂ ਕੀ ਪੀਏ, ਤੂੰ ਸਾਨੂੰ ਤੇ ਆਏ ਮਾਰਨ ਦੇ ਇੱਥੇ ਲੈ ਕੇ ਆਏ। ਲੇਕਿਨ ਉਹ ਜਾਣਦੇ ਨਹੀਂ ਪਏ ਕਿ ਮੂਸਾ ਦੇ ਲਈ ਪ੍ਰਭੂ ਨੇ ਕੀ ਕਿਹਾ ਸੀ ਕਿ ਤੂੰ ਇਹਨਾਂ ਲੋਕਾਂ ਦੇ ਲਈ ਪਰਮੇਸ਼ਰ ਦੇ ਵਾਂਗ ਹੋਏਗਾ, ਅਰਥਾਤ ਤੂੰ ਇਹਨਾਂ ਦਾ ਮੁਕਤੀ ਦਾਤਾ ਹੋਏਗਾ ਜਿਹੜਾ ਇਹਨਾਂ ਨੂੰ ਦੁਨਿਆਵੀ ਮੁਕਤੀ ਦੇਣ ਜਾ ਰਿਹਾ, ਆਤਮਿਕ ਨਹੀਂ, ਦੁਨਿਆਵੀ ਮੁਕਤੀ ਦੇਣ ਜਾ ਰਿਹਾ, ਗੁਲਾਮੀ ਤੋਂ ਮੁਕਤੀ ਦੇਣ ਜਾ ਰਿਹਾ। ਔਰ ਤੇਰਾ ਭਰਾ ਹਾਰੂਨ ਇੱਕ ਪੁਰੋਹਿਤ ਦੀ ਤਰ੍ਹਾਂ ਹੋਏਗਾ। ਸੋ ਜਿਸ ਵੇਲੇ ਮੂਸਾ ਨੂੰ ਕੁਛ ਕਹਿੰਦੇ ਆ ਉਸ ਦੇ ਵਿੱਚ ਪਰਮੇਸ਼ਰ ਨੂੰ ਕਹਿੰਦੇ ਪਏ। ਸੋ ਪਰਮੇਸ਼ਰ ਨੇ ਇੱਥੇ ਜਿਹੜੀ ਸਭ ਤੋਂ ਵੱਡੀ ਔਰ ਮੇਨ ਆਇਤ ਆ ਉਹ ਇਹ ਆ ਕਿ ਉਹਨਾਂ ਨੂੰ ਪਾਣੀ ਮਿੱਠਾ ਹੋ ਗਿਆ। ਔਰ ਫਿਰ ਉੱਥੇ ਪ੍ਰਭੂ ਨੇ, ਅਸੀਂ ਇੱਥੇ ਪ੍ਰਭੂ ਦੀ ਆਵਾਜ਼ ਇੱਕ ਵਾਰੀ ਸੁਣਦੇ ਪਏ, ਅਸੀਂ ਇੱਥੇ ਥਿਓਫਨੀ ਸੁਣਦੇ ਪਏ ਹਾਂ। ਔਰ ਉਸਦੇ ਵਿੱਚ ਥਿਓ ਮੀਨਸ ਗਾਡ, ਆਫਨੀ ਮੀਨਸ ਆਵਾਜ਼, ਪ੍ਰਭੂ ਦੀ ਆਵਾਜ਼ ਸੁਣਦੇ ਪਏ। ਉੱਥੇ ਪ੍ਰਭੂ ਨੇ ਉਹਨਾਂ ਨੂੰ ਵਿਧੀਆਂ ਤੇ ਨਿਯਮ ਦਿੱਤੇ ਅਤੇ ਉਹਨਾਂ ਦੀ ਪ੍ਰੀਖਿਆ ਵੀ ਲਈ ਅਤੇ ਉਹਨਾਂ ਨੂੰ ਉਸਨੇ ਕਿਹਾ, ਜੇਕਰ ਤੁਸੀਂ ਪੂਰੀ ਆਗਿਆਕਾਰੀ ਦੇ ਨਾਲ ਮੇਰੀ ਆਵਾਜ਼ ਨੂੰ ਸੁਣੋਗੇ ਅਤੇ ਜੋ ਮੇਰੇ ਸਾਹਮਣੇ ਠੀਕ ਹੈ ਕਰੋਗੇ, ਤਾਂ ਮੇਰੇ ਹੁਕਮਾਂ ਅਤੇ ਵਿਧੀਆਂ ਦੀ ਪਾਲਣ ਕਰੋਗੇ, ਤਾਂ ਮੈਂ ਤੁਹਾਡੇ ਉੱਤੇ ਮਿਸਰ ਵਿਚਲੀ ਕੋਈ ਬਿਮਾਰੀ ਨਹੀਂ ਫੈਲਾਂਗਾ। ਸੋ ਵਾਟ ਡਜ਼ ਇਟ ਮੀਨ?
ਇਹਦਾ ਮਤਲਬ ਇਹ ਆ ਕਿ ਪ੍ਰਭੂ ਨੇ ਉਹਨਾਂ ਨੂੰ ਜਿੱਦਾਂ ਹੀ ਉਹ ਤੁਰੇ ਆ ਔਰ ਜਿੱਦਾਂ ਹੀ ਉਹਨਾਂ ਨੇ ਤੁਰਦਿਆਂ ਨੇ ਬੜਬੜਾਉਣਾ ਸ਼ੁਰੂ ਕੀਤਾ, ਪ੍ਰਭੂ ਨੇ ਉਹਨਾਂ ਲੋਕਾਂ ਨੂੰ ਉੱਥੇ ਹੀ ਬਿਠਾ ਕੇ ਸਮਝਾ ਦਿੱਤਾ ਇਹ ਕੰਮ ਨਹੀਂ ਕਰਨਾ, ਮੈਂ ਤੁਹਾਡਾ ਪ੍ਰੋਵਾਈਡਰ, ਮੈਂ ਤੁਹਾਡਾ ਬਚਾਉਣ ਵਾਲਾ ਹਾਂ, ਮੈਂ ਉਹ ਪ੍ਰਭੂ ਜਿਹੜਾ ਤੁਹਾਨੂੰ ਬਚਾ ਕੇ ਲੈ ਕੇ ਆਇਆ, ਮੈਂ ਪ੍ਰਭੂ ਜਿਹੜਾ ਤੁਹਾਨੂੰ ਪ੍ਰੋਵਾਈਡ ਕਰੂੰਗਾ, ਮੈਂ ਆਪਣਾ ਪ੍ਰੋਮਿਸ ਪੂਰੇ ਕਰਦਾ ਔਰ ਮੈਂ ਆਪਣੇ ਪ੍ਰੋਮਿਸਿਸ ਤੁਹਾਡੇ ਨਾਲ ਪੂਰੇ ਕਰੂੰਗਾ। ਪ੍ਰਭੂ ਨੇ ਮੂਸਾ ਦੇ ਰਾਹੀਂ ਉਹਨਾਂ ਲੋਕਾਂ ਨੂੰ ਇਹ ਸਾਰੀਆਂ ਵਿਧੀਆਂ ਵਿਧਾਨ ਦੱਸ ਦਿੱਤੇ ਔਰ ਜਿਹਦੇ ਵਿੱਚ ਸਭ ਤੋਂ ਵੱਡਾ ਸੀ ਬੜਬੜਾਉਣ ਦਾ, ਤੇ ਇਸ ਚੀਜ਼ ਤੋਂ ਦੂਰ ਰਹੋ, ਇਸ ਚੀਜ਼ ਤੋਂ ਬਚ ਕੇ ਰਹੋ। ਸੋ ਉਸਨੇ ਉਹਨਾਂ ਨੂੰ ਫਿਰ ਜਿੱਦਾਂ ਲੈ ਗਿਆ ਇੱਕ ਐਸੀ ਜਗ੍ਹਾ ਦੇ ਉੱਤੇ ਲੈ ਗਿਆ ਜੋ ਏਲਮ ਨਾਂ ਦੀ ਜਗ੍ਹਾ ਸੀ, ਜਿੱਥੇ ਪਾਣੀ ਦੇ ਚਸ਼ਮੇ ਸੀ ਔਰ ਜਿੱਥੇ ਖਜੂਰਾਂ ਦੇ ਦਰਖਤ ਸੀ। ਸੋ ਉਹਨਾਂ ਨੇ ਜਿਹੜਾ ਆਪਣਾ ਪਹਿਲਾ ਡੇਰਾ ਲਾਇਆ, ਉਹਨਾਂ ਨੇ ਜਾ ਕੇ ਏਲਮ ਦੇ ਵਿੱਚ ਆਪਣਾ ਪਹਿਲਾ ਡੇਰਾ ਲਾਇਆ, ਜਿੱਥੇ ਉਹਨਾਂ ਨੇ ਆਰਾਮ ਕੀਤਾ, ਆਪਣੇ ਡੰਗਰਾਂ ਨੂੰ ਪਾਣੀ ਦਿੱਤਾ, ਖਜੂਰਾਂ ਖਾਧੀਆਂ ਔਰ ਉੱਥੋਂ ਹੁਣ ਉਹਨਾਂ ਨੇ ਅੱਗੇ ਨੂੰ ਤੁਰਨਾ ਮਾਊਂਟ ਸਾਇਨਾਈ ਦੇ ਵੱਲ ਨੂੰ। ਸੋ ਪਰ ਰਸਤੇ ਦੇ ਵਿੱਚ ਉਹਨਾਂ ਨੇ ਹੁਣ ਇੱਕ ਕੰਮ ਹੋਰ ਕਰਨਾ, ਜਿਸ ਤੋਂ ਪ੍ਰਭੂ ਦੇ ਮਨ ਨੂੰ ਉਹਨਾਂ ਨੇ ਫਿਰ ਠੇਸ ਪਹੁੰਚਾਉਣੀ। ਸੋ ਆਓ ਅਸੀਂ 16 ਤੋਂ 16ਵੇਂ ਭਾਗ ਦੇ ਵਿੱਚ ਅਸੀਂ ਆ ਚੁੱਕੇ ਹਾਂ ਔਰ ਅਸੀਂ ਇਸ ਦੀ ਇੱਕ ਆਇਤ ਤੋਂ ਲੈ ਕੇ ਅਸੀਂ 1 ਤੋਂ 16 ਤੱਕ ਇਸ ਨੂੰ ਲਾਂਗੇ ਔਰ ਅਸੀਂ ਇੱਥੇ ਮਈ 15 1462 ਤੱਕ ਪਹੁੰਚ ਚੁੱਕੇ ਹਾਂ। ਇਸ ਵੇਲੇ 1462 ਸਾਲ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਔਰ ਇਹ ਮਈ ਦੀ 15 ਤਰੀਕ ਆ। ਤਰੀਕ ਤਾਂ ਸਾਨੂੰ ਪਤਾ ਕਿ ਉਹ ਕਿਸ ਦਿਨ ਉੱਥੋਂ ਤੁਰੇ ਸੀ ਔਰ ਕਿਸ ਦਿਨ ਹੁਣ ਅੱਗੇ ਜਾ ਰਹੇ ਆ, ਕਿਉਂਕਿ ਇਹ ਯਹੂਦੀ ਕੈਲੰਡਰ ਦੇ ਅਨੁਸਾਰ ਸਾਰੀਆਂ ਚੀਜ਼ਾਂ ਚੱਲਦੀਆਂ। ਜਿਹੜਾ ਯਹੂਦੀਆਂ ਦਾ ਕੈਲੰਡਰ ਆ ਉਹ ਸਾਰਾ ਇਸ ਤਰੀਕੇ ਦੇ ਨਾਲ ਚੱਲਦਾ। ਸੋ ਤਾਂ ਸਾਨੂੰ ਇਹਨਾਂ ਤਰੀਕਾਂ ਦਾ ਹੁਣ ਪਤਾ ਹੈ। ਸੋ ਗੋ ਹੈਡ ਮੇਰੇ ਕੋਲ ਮੈਂ ਪੜ੍ਹਨਾ। ਹਾਂਜੀ, ਜਿਸ ਨੂੰ ਮੈਂ ਪੜ੍ਹਦੀ ਹਾਂਜੀ 1 ਤੋਂ 16। ਹਾਂਜੀ। ਮੰਨਾ ਤੇ ਬਟੇਰੇ। ਫਿਰ ਇਜ਼ਰਾਈਲੀ ਸੰਗਤ ਏਮੇਲ ਤੋਂ ਚੱਲ ਕੇ ਸੀਨ ਦੀ ਉਜਾੜ ਵਿੱਚ ਪਹੁੰਚੀ। ਇਹ ਥਾਂ ਏਮੇਲ ਦੀ ਸੀਅਨ ਪਹਾੜੀ ਦੇ ਵਿਚਕਾਰ ਹੈ। ਇੱਥੇ ਉਹ ਮਿਸਰ ਤੋਂ ਨਿਕਲਣ ਤੋਂ ਪਿੱਛੋਂ ਦੂਜੇ ਮਹੀਨੇ ਦੀ 15ਵੀਂ ਤਰੀਕ ਵਾਲੇ ਦਿਨ ਪਹੁੰਚੇ। ਉੱਥੇ ਉਜਾੜ ਵਿੱਚ ਸਭ ਇਜ਼ਰਾਈਲੀ ਲੋਕ ਮੂਸਾ ਤੇ ਹਾਰੂਨ ਦੇ ਵਿਰੁੱਧ ਬੜਬੜਾਉਣ ਲੱਗੇ। ਉਹ ਕਹਿਣ ਲੱਗੇ, ਤੁਸੀਂ ਸਾਨੂੰ ਮਿਸਰ ਵਿੱਚ ਹੀ ਰਹਿ ਪ੍ਰਭੂ ਦੇ ਹੱਥੋਂ ਕਿਉਂ ਨਾ ਮਰਨ ਦਿੱਤਾ? ਉੱਥੇ ਅਸੀਂ ਪਲੇਟਾਂ ਭਰ ਕੇ ਮੀਟ ਅਤੇ ਰੱਜ ਕੇ ਰੋਟੀ ਖਾਂਦੇ ਸਾਂ, ਪਰ ਤੁਸੀਂ ਸਾਨੂੰ ਇੱਥੇ ਉਜਾੜ ਬਿਆਮਾਨ ਵਿੱਚ ਭੁੱਖਿਆਂ ਮਾਰਨ ਦੇ ਲਈ ਲੈ ਆਏ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਮੈਂ ਸਵਰਗ ਤੋਂ ਤੁਹਾਡੇ ਲਈ ਭੋਜਨ ਦਾ ਮੀਂਹ ਵਰ੍ਹਾਵਾਂਗਾ ਅਤੇ ਲੋਕ ਹਰ ਰੋਜ਼ ਦਾ ਭੋਜਨ ਜਾ ਕੇ ਇਕੱਠਾ ਕਰਨਗੇ। ਮੈਂ ਉਹਨਾਂ ਨੂੰ ਪਰਖਾਂਗਾ ਵੀ ਕਿ ਉਹ ਮੇਰੀ ਵਿਸਤਤ ਦੀ ਪਾਲਣਾ ਕਰਦੇ ਹਨ ਜਾਂ ਨਹੀਂ। ਹਰ 6ਵੇਂ ਦਿਨ ਉਹ ਹਰ ਰੋਜ਼ ਤੋਂ ਦੂਣਾ ਇਕੱਠਾ ਕਰਕੇ ਲਿਆਉਣਗੇ। ਮੂਸਾ ਅਤੇ ਹਾਰੂਨ ਨੇ ਲੋਕਾਂ ਨੂੰ ਕਿਹਾ, ਅੱਜ ਤਰਕਾਲਾਂ ਨੂੰ ਤੁਸੀਂ ਜਾਣ ਜਾਵੋ ਕਿ ਇਹ ਪ੍ਰਭੂ ਹੀ ਜੋ ਤੁਹਾਨੂੰ ਮਿਸਰ ਤੋਂ ਕੱਢ ਕੇ ਲਿਆਇਆ ਹੈ। ਕੱਲ ਸਵੇਰ ਨੂੰ ਤੁਸੀਂ ਪ੍ਰਭੂ ਦਾ ਪ੍ਰਤਾਪ ਦੇਖੋਗੇ। ਉਸਨੇ ਤੁਹਾਡਾ ਬੜਬੜਾਉਣਾ ਆਪਣੇ ਵਿਰੁੱਧ ਸੁਣਿਆ ਕਿਉਂਕਿ ਤੁਸੀਂ ਜੋ ਕੁਝ ਵੀ ਕਿਹਾ ਉਹ ਉਸ ਦੇ ਵਿਰੁੱਧ ਕਿਹਾ ਨਾ ਤੁਸੀਂ ਜੋ ਕੁਝ ਵੀ ਕਿਹਾ ਉਹ ਉਸ ਦੇ ਵਿਰੁੱਧ ਕਿਹਾ ਨਾ ਕਿ ਸਾਡੇ ਮੂਸਾ ਨੇ ਉਹਨਾਂ ਨੂੰ ਅੱਗੇ ਕਿਹਾ। ਹੁਣ ਤੁਹਾਨੂੰ ਪ੍ਰਭੂ ਰਾਤ ਨੂੰ ਮਾਸ ਅਤੇ ਸਵੇਰ ਨੂੰ ਪੇਟ ਭਰ ਕੇ ਖਾਣ ਲਈ ਰੋਟੀ ਦੇਵੇਗਾ। ਉਸਨੇ ਤੁਹਾਡੀਆਂ ਸਭ ਗੱਲਾਂ ਸੁਣੀਆਂ ਜੋ ਤੁਸੀਂ ਸਾਨੂੰ ਕਹੀਆਂ ਹਨ। ਉਹ ਸਭ ਕੁਝ ਜੋ ਤੁਸੀਂ ਸਾਨੂੰ ਕਹਿੰਦੇ ਹੋ ਅਸਲ ਵਿੱਚ ਪ੍ਰਭੂ ਨੂੰ ਕਹਿੰਦੇ ਹੋ। ਤਦ ਮੂਸਾ ਨੇ ਹਾਰੂਨ ਨੂੰ ਕਿਹਾ, ਤੂੰ ਸਾਰੀ ਇਜ਼ਰਾਈਲ ਸੰਗਤ ਨੂੰ ਪ੍ਰਭੂ ਦੇ ਸਾਹਮਣੇ ਲਿਆਉਣ ਲਈ ਕਹਿ। ਪ੍ਰਭੂ ਨੇ ਉਹਨਾਂ ਦਾ ਬੜਬੜਾਉਣਾ ਸੁਣ ਲਿਆ ਹੈ। ਸੋ ਹਾਰੂਨ ਨੇ ਸੰਗਤ ਨਾਲ ਗੱਲਾਂ ਕਰਦਿਆਂ
ਜਦ ਉਜਾੜ ਵੱਲ ਦੇਖਿਆ ਤਾਂ ਪ੍ਰਭੂ ਦਾ ਪ੍ਰਤਾਪ ਉਸਦੇ ਉਹਨਾਂ ਬੱਦਲਾਂ ਦੇ ਵਿੱਚ ਦੇਖਿਆ। ਉਸ ਸਮੇਂ ਪ੍ਰਭੂ ਨੇ ਮੂਸਾ ਨੂੰ ਕਿਹਾ, ਮੈਂ ਇਹਨਾਂ ਲੋਕਾਂ ਦੀ ਬੜਾ ਸੁਣੀ ਹੈ। ਹੁਣ ਤੂੰ ਇਹਨਾਂ ਨੂੰ ਦੱਸ ਕਿ ਉਹ ਤਰਕਾਲਾਂ ਦੇ ਵੇਲੇ ਮਾਸ ਖਾਣਗੇ ਅਤੇ ਸਵੇਰ ਨੂੰ ਪੇਟ ਭਰ ਕੇ ਰੋਟੀ। ਇਸ ਤੋਂ ਜਾਣਨਗੇ ਕਿ ਮੈਂ ਇਹਨਾਂ ਦਾ ਪ੍ਰਭੂ ਹਾਂ। ਤਰਕਾਲਾਂ ਵੇਲੇ ਉਹਨਾਂ ਨੇ ਡੇਰਿਆਂ ਦੇ ਲਾਗੇ ਬਹੁਤ ਸਾਰੇ ਬਟੇਰੇ ਉੱਡ ਕੇ ਆ ਕੇ ਹਰ ਥਾਂ ਬੈਠ ਗਏ। ਅਗਲੀ ਸਵੇਰ ਨੂੰ ਉੱਥੇ ਬਹੁਤ ਤਰੇਲ ਪਈ। ਫਿਰ ਜਦੋਂ ਤਰੇਲ ਉੱਡ ਗਈ ਤਾਂ ਘਾਹ ਦੇ ਮਹੀਨ ਨਿੱਕੇ ਨਿੱਕੇ ਕਰਕਰ ਦੇ ਕਿਣਕਿਆਂ ਵਾਂਗ ਕੁਝ ਪਿਆ ਹੋਇਆ ਸੀ। ਜਦੋਂ ਇਜ਼ਰਾਈਲੀਆਂ ਨੇ ਇਹ ਦੇਖਿਆ ਤਾਂ ਉਹਨਾਂ ਪੁੱਛਿਆ, ਇਹ ਕੀ ਹੈ? ਮੂਸਾ ਨੇ ਉੱਤਰ ਦਿੱਤਾ, ਇਹ ਉਹ ਰੋਟੀ ਹੈ ਜੋ ਪ੍ਰਭੂ ਨੇ ਤੁਹਾਨੂੰ ਖਾਣ ਲਈ ਦਿੱਤੀ ਹੈ। ਆਮੀਨ। ਇੱਥੋਂ ਤੱਕ ਹੀ ਪੜ੍ਹਨਾ ਸੀ। ਸੋ ਇੱਥੇ ਤਾਂ ਠੀਕ ਮਾਂ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਕੀ ਦੇਖਦੇ ਪਏ? ਆਈ ਮੀਨ ਇਹ ਕੋਈ 600-700 ਬੰਦਾ ਤਾਂ ਹੈ ਨਹੀਂ ਜਿਹਨੂੰ ਪ੍ਰਭੂ ਦੇ ਰਿਹਾ। ਇਹ ਜਿਸ ਲਈ ਅਸੀਂ ਪ੍ਰਭੂ ਦਾ ਵਚਨ ਪੜ੍ਹਿਆ ਸੀ ਤਾਂ ਉੱਥੇ ਇਹ ਚੀਜ਼ ਲਿਖੀ ਸੀ ਕਿ 6 ਲੱਖ ਮਰਦ ਸੀ ਔਰ ਔਰਤਾਂ ਤੇ ਬੱਚਿਆਂ ਦੀ ਗਿਣਤੀ ਨਹੀਂ ਕੀਤੀ ਗਈ ਸੀ ਜੋ ਮਿਸਰ ਦੇ ਵਿੱਚੋਂ ਨਿਕਲ ਕੇ ਬਾਹਰ ਆਏ ਸੀ। ਸੋ ਅਸੀਂ ਜੇ ਐਵਰੇਜ ਲਾਈ ਸੀ ਵੀ ਜੇ ਹਰੇਕ ਬੰਦਾ ਦੀ ਪਤਨੀ ਔਰ 2 ਬੱਚੇ ਵੀ ਹੋਣ ਤੇ ਅਸੀਂ ਤਾਂ ਵੀ 24 ਲੱਖ ਲੋਕਾਂ ਦੀ ਗਿਣਤੀ ਦੇਖਦੇ ਪਏ ਜਿਨ੍ਹਾਂ ਨੂੰ ਪ੍ਰਭੂ ਪ੍ਰੋਵਾਈਡ ਹਰ ਰੋਜ਼ ਪ੍ਰਭੂ ਨੇ ਪ੍ਰੋਵਾਈਡ ਕਰਨਾ, ਜਿਨ੍ਹਾਂ ਦੇ ਉੱਤੇ ਦਿਨ ਦੇ ਵੇਲੇ, ਕਿਉਂਕਿ ਜਿਹੜਾ ਇਹ ਇਲਾਕਾ ਆ ਇੱਥੇ ਗਰਮੀ ਬਹੁਤ ਪੈਂਦੀ, ਦਿਨ ਦੇ ਵੇਲੇ ਪ੍ਰਭੂ ਉਹਨਾਂ ਦੇ ਉੱਤੇ ਬੱਦਲ ਦੇ ਵਾਂਗ ਉਹਨਾਂ ਦੇ ਉੱਤੇ ਛਾਇਆ ਰੱਖਣਾ ਤੇ ਰਾਤ ਨੂੰ ਠੰਡ ਹੋ ਜਾਂਦੀ ਹੈ ਔਰ ਰਾਤ ਨੂੰ ਅੱਗ ਦਾ ਖੰਭਾ। ਪ੍ਰਭੂ ਦੀ ਹਜ਼ੂਰੀ ਇੰਨੀ ਨਜ਼ਦੀਕੀ ਦੇ ਨਾਲ ਦੇਖਣ ਤੋਂ ਬਾਅਦ ਵੀ ਦੇਖੋ ਇਹਨਾਂ ਲੋਕਾਂ ਦਾ ਕੀ ਹਾਲ, ਕਿੱਡੇ ਕਿੱਡੇ ਇਹ ਮਿਰਾਕਲਸ ਦੇਖ ਕੇ ਆਏ ਆ, ਲੇਕਿਨ ਫਿਰ ਵੀ ਇਹ ਹਰ ਨਿੱਕੀ ਚੀਜ਼ ਨੂੰ ਲੈ ਕੇ ਪ੍ਰਭੂ ਦੇ ਅੱਗੇ ਬੜਬੜਾਉਂਦੇ ਆ। ਬੇਸ਼ੱਕ ਪ੍ਰਭੂ ਨੇ ਹੁਣ ਇਹਨਾਂ ਨੂੰ ਦੱਸ ਦਿੱਤਾ ਆ, ਇਹਨਾਂ ਨੂੰ ਵਿਧੀ ਵਿਧਾਨ ਦੇ ਦਿੱਤਾ, ਥੋੜੀਆਂ ਵਿਧੀ ਵਿਧਾਨ ਦੇ ਦਿੱਤਾ ਕਿ ਇਹ ਕੰਮ ਤੁਸੀਂ ਨਹੀਂ ਕਰਨਾ। ਸੋ ਇਸ ਕਰਕੇ ਜਿਸ ਲਈ ਅਸੀਂ ਵਚਨ ਦੇ ਇਸ ਹਿੱਸੇ ਦੇ ਵਿੱਚ ਆਉਂਦੇ ਹਾਂ ਤਾਂ ਮੂਸਾ ਨੇ ਔਰ ਹਾਰੂਨ ਨੇ ਉਹਨਾਂ ਨੂੰ ਇਹ ਚੀਜ਼ ਕਹੀ ਕਿ ਜਿਸ ਲਈ ਤੁਸੀਂ ਸਾਡੇ ਖਿਲਾਫ ਬੜਬੜਾਉਣੇ, ਤੁਸੀਂ ਸਾਡੇ ਖਿਲਾਫ ਨਹੀਂ ਬੜਬੜਾਉਣੇ, ਤੁਸੀਂ ਪ੍ਰਭੂ ਪਰਮੇਸ਼ਰ ਦੇ ਖਿਲਾਫ ਬੜਬੜਾਉਣੇ ਔਰ ਉਸਨੇ ਤੁਹਾਡੀ ਬੜਬੜਾਹਟ ਸੁਣ ਲਈ। ਸੋ ਹੁਣ ਤੁਹਾਨੂੰ ਖਾਣ ਨੂੰ ਚਾਹੀਦਾ, ਤੁਹਾਨੂੰ ਰੋਜ਼ ਬਟੇਰੇ ਮਿਲਣਗੇ ਮਾਸ ਦੇ ਤੌਰ ਦੇ ਉੱਤੇ। ਤੁਸੀਂ ਕਿਹਾ ਸੀ ਪਲੇਟਾਂ ਭਰ ਕੇ ਮੀਟ ਖਾਂਦੇ ਸੀ, ਪਰ ਦਿਨ ਦੇ ਵੇਲੇ ਸਵੇਰੇ ਤੁਹਾਨੂੰ ਹਰ ਰੋਜ਼ ਬੰਨਾ ਮਿਲੇਗਾ ਔਰ ਤੁਸੀਂ ਹਰ ਰੋਜ਼ ਖਾਓਗੇ। ਸੋ ਪ੍ਰਭੂ ਜੇ ਉਹਨਾਂ ਨੂੰ ਉਸ ਰਸਤੇ ਦੇ ਉੱਤੇ ਲੈ ਕੇ ਜਾ ਰਿਹਾ ਤੇ ਪ੍ਰਭੂ ਉਹਨਾਂ ਨੂੰ ਪ੍ਰੋਵਾਈਡ ਵੀ ਸਭ ਕੁਝ ਕਰ ਦਿੰਦਾ। ਐਂਡ ਦੈਟ ਇਜ਼ ਅਮੇਜ਼ਿੰਗ। ਸਭ ਤੋਂ ਜਿਹੜੀ ਅਮੇਜ਼ਿੰਗ ਚੀਜ਼ ਆ ਉਹ ਇਹ ਹੈ ਪ੍ਰਭੂ ਦੇ ਵਚਨ ਕਿ ਪ੍ਰਭੂ ਨੇ ਆਪਣਿਆਂ ਲੋਕਾਂ ਦਾ ਬਚਾਅ ਆਪ ਕੀਤਾ, ਉਹਨਾਂ ਨੂੰ ਕੱਢ ਕੇ ਆਪ ਲੈ ਕੇ ਆਇਆ। ਮੂਸਾ ਨੂੰ ਸਿਰਫ ਉਸਨੇ ਉਪਯੋਗ ਕੀਤਾ, ਉਸਦਾ ਉਹਨਾਂ ਨੂੰ ਉੱਥੋਂ ਕੱਢ ਕੇ ਆਪ ਲੈ ਕੇ ਆਇਆ। ਰਸਤੇ ਦੇ ਵਿੱਚ ਸਮੁੰਦਰ ਖੋਲ ਕੇ, ਰੈਡ ਸੀ ਨੂੰ ਖੋਲ ਕੇ ਆਪਣੇ ਲੋਕਾਂ ਨੂੰ ਬਚਾਇਆ ਉਸਨੇ ਔਰ ਆਪਣੇ ਲੋਕਾਂ ਦੇ ਨਾਲ ਨਾਲ ਉਹ ਚੱਲਦਾ ਪਿਆ ਦਿਨ ਔਰ ਰਾਤ ਦੋਨੋਂ ਵਕਤ ਔਰ ਆਪਣੇ ਲੋਕਾਂ ਨੂੰ ਉਹਨਾਂ ਦੀ ਹਰ ਜ਼ਰੂਰਤ ਨੂੰ ਪ੍ਰਭੂ ਪ੍ਰੋਵਾਈਡ ਕਰਦਾ। ਇਸ ਪ੍ਰਭੂ ਦੇ ਕੋਲ ਔਰ ਇਸੇ ਕਰਕੇ ਉਹ ਕਹਿੰਦਾ, ਉਸਨੇ ਕਿਹਾ ਕਿ ਤੁਸੀਂ ਜਿਹੜਾ ਮੰਨਣਾ ਆ ਇਹ ਰਾਤ ਨੂੰ ਓਨਾ ਹੀ ਚੁੱਕਣਾ ਆ ਜਿੰਨਾ ਤੁਹਾਨੂੰ ਰਾਸ਼ਨ ਚਾਹੀਦਾ, ਕਿਉਂਕਿ ਅਗਲੇ ਦਿਨ ਤੁਹਾਨੂੰ ਤਾਜ਼ਾ ਫਿਰ ਮਿਲੇਗਾ। ਅਦਰ ਦੈਨ ਕਿ ਤੁਸੀਂ ਫਰਾਈਡੇ ਵਾਲੇ ਦਿਨ ਤੁਸੀਂ 2 ਗੁਣਾ ਚੁੱਕਣਾ, ਕਿਉਂਕਿ ਸੈਟਰਡੇ ਨੂੰ ਉਹ ਲੋਕ ਸਬਤ ਮਨਾਉਂਦੇ ਸੀਗੇ। ਸਬਤ ਵਾਲੇ ਦਿਨ ਤੁਸੀਂ ਬਾਹਰ ਮੰਨਣਾ ਚੁੱਕਣਾ ਨਹੀਂ ਜਾਣਾ। ਲੇਕਿਨ ਅਸੀਂ ਦੇਖਣਾ ਕਿ ਪ੍ਰਭੂ ਉਹ ਇੱਕ ਵੀ ਗੱਲ ਪ੍ਰਭੂ ਦੀ ਨਹੀਂ ਸੁਣਦੇ, ਇੱਕ ਵੀ ਗੱਲ ਨਹੀਂ ਸੁਣਦੇ ਔਰ ਇੰਨੀ ਨਜ਼ਦੀਕੀ ਦੇ ਨਾਲ ਪ੍ਰਭੂ ਉਹਨਾਂ ਦੇ ਨਾਲ ਗੱਲਾਂ ਕਰਦਾ ਪਿਆ, ਉਹ ਤਾਂ ਵੀ ਨਹੀਂ ਸੁਣਦੇ। ਉਹਨਾਂ ਦੇ ਮਨ ਕਿੰਨੇ ਮੋਟੇ ਆ।
ਔਰ ਇਸ ਚੀਜ਼ ਨੂੰ ਅਸੀਂ ਦੇਖਾਂਗੇ। ਕੁਝ ਜਾਣਾ ਹੁਣ ਇਸ ਨੂੰ 16 ਆਇਤ ਤੋਂ ਲੈ ਕੇ ਅਸੀਂ 26 ਆਇਤ ਤੱਕ ਪੜ੍ਹਦੇ। ਮੈਂ ਪੜ੍ਹ ਦਿੰਦੀ ਪਾਸਟਰ ਜੀ। Good. ਇਸ ਦੇ ਬਾਰੇ ਪ੍ਰਭੂ ਨੇ ਇਹ ਆਗਿਆ ਦਿੱਤੀ ਹੈ, ਹਰ ਮਨੁੱਖ ਆਪਣੀ ਲੋੜ ਅਨੁਸਾਰ ਆਪਣੇ ਟੱਬਰ ਦੇ ਜੀਆਂ ਅਨੁਸਾਰ ਜੀ ਪ੍ਰਤੀ 1 ਕਿਲੋ ਇਕੱਠਾ ਕਰ ਲਵੇ। ਇਸ ਲਈ ਉਹਨਾਂ ਲੋਕਾਂ ਨੇ ਕਿਸੇ ਨੇ ਘੱਟ ਅਤੇ ਕਿਸੇ ਨੇ ਵੱਧ ਇਕੱਠਾ ਕਰ ਲਿਆ। ਜਦੋਂ ਉਹਨਾਂ ਆਪਣਾ ਇਕੱਠਾ ਕੀਤਾ ਭੋਜਨ ਮਾਪਿਆ ਤਾਂ ਜਿਸ ਨੂੰ ਅਧਿਕ ਇਕੱਠਾ ਕੀਤਾ ਸੀ ਉਸ ਕੋਲ ਪਿੱਛੇ ਕੁਝ ਨਾ ਰਿਹਾ, ਅਤੇ ਜਿਸ ਘੱਟ ਇਕੱਠਾ ਕੀਤਾ ਸੀ ਉਸ ਦਾ ਉਸ ਨਾਲ ਪੂਰਾ ਡੰਗ ਹੋ ਗਿਆ। ਮੂਸਾ ਨੇ ਸਭ ਨੂੰ ਦੱਸ ਦਿੱਤਾ ਸੀ, ਕੋਈ ਕੁਝ ਬਚਾ ਕੇ ਅਗਲੇ ਦਿਨ ਲਈ ਤੱਕ ਨਾ ਰੱਖੇ, ਪਰ ਕੁਝ ਨੇ ਮੂਸਾ ਦਾ ਕਹਾ ਨਾ ਮੰਨਿਆ। ਉਹਨਾਂ ਨੇ ਕੁਝ ਬਚਾ ਕੇ ਸਵੇਰ ਤੱਕ ਰੱਖ ਲਿਆ, ਪਰ ਉਸ ਵਿੱਚ ਕੀੜੇ ਪੈ ਗਏ ਸਨ ਅਤੇ ਉਸ ਵਿੱਚੋਂ ਬੋ ਆਉਣ ਲੱਗ ਪਈ ਸੀ। ਮੂਸਾ ਇਸ ਤੇ ਉਹਨਾਂ ਨਾਲ ਬਹੁਤ ਗੁੱਸੇ ਹੋਇਆ, ਸੋ ਹਰ ਸਵੇਰੇ ਨੂੰ ਉਹ ਆਪਣੀ ਲੋੜ ਅਨੁਸਾਰ ਇਕੱਠਾ ਕਰ ਲੈਂਦੇ ਸੀ, ਪਰ ਸੂਰਜ ਚੜ੍ਹਨ ਤੇ ਉਹ ਸਭ ਪਿਘਲ ਜਾਂਦਾ ਸੀ। 6ਵੇਂ ਦਿਨ ਉਹਨਾਂ ਨੇ ਦੂਣਾ ਪ੍ਰਤੀ ਜੀ 2 ਕਿਲੋ ਇਕੱਠਾ ਕੀਤਾ, ਅਤੇ ਉਹਨਾਂ ਦੇ ਬਜ਼ੁਰਗਾਂ ਨੇ ਆ ਕੇ ਮੂਸਾ ਨੂੰ ਇਸ ਬਾਰੇ ਦੱਸਿਆ। ਤਦ ਮੂਸਾ ਨੇ ਉਹਨਾਂ ਨੂੰ ਕਿਹਾ, ਇਸ ਦੇ ਬਾਰੇ ਪ੍ਰਭੂ ਨੇ ਇਹ ਆਗਿਆ ਦਿੱਤੀ ਹੈ, ਕੱਲ ਆਰਾਮ ਦਾ ਦਿਨ ਅਰਥਾਤ ਪ੍ਰਭੂ ਦਾ ਸਬਤ ਹੈ। ਇਸ ਲਈ ਜਿੰਨਾ ਕੁਝ ਤੁਸੀਂ ਪਕਾਉਣਾ ਚਾਹੁੰਦੇ ਹੋ ਪਕਾ ਲਵੋ, ਬਚਿਆ ਹੋਇਆ ਤੁਸੀਂ ਕੱਲ ਲਈ ਰੱਖ ਸਕਦੇ ਹੋ। ਇਸ ਲਈ ਉਹਨਾਂ ਅਗਲੀ ਸਵੇਰ ਤੱਕ ਬਚਿਆ ਭੋਜਨ ਰੱਖਿਆ, ਪਰ ਉਸ ਵਿੱਚੋਂ ਨਾ ਤਾਂ ਬੋ ਆਈ ਅਤੇ ਨਾ ਹੀ ਉਸ ਵਿੱਚ ਕੀੜੇ ਪਏ। ਸੋ ਮੂਸਾ ਨੇ ਉਹਨਾਂ ਨੂੰ ਕਿਹਾ, ਇਹ ਬਚਿਆ ਭੋਜਨ ਤੁਸੀਂ ਅੱਜ ਖਾ ਸਕਦੇ ਹੋ, ਕਿਉਂਕਿ ਅੱਜ ਤੁਹਾਨੂੰ ਮੈਦਾਨ ਵਿੱਚ ਕੁਝ ਨਹੀਂ ਮਿਲੇਗਾ। 6 ਦਿਨਾਂ ਤੱਕ ਤੁਸੀਂ ਇਹ ਇਕੱਠਾ ਕਰ ਸਕਦੇ ਹੋ, ਪਰ 7ਵੇਂ ਦਿਨ ਤੁਹਾਨੂੰ ਮੈਦਾਨ ਵਿੱਚ ਕੁਝ ਨਹੀਂ ਮਿਲੇਗਾ। ਔਰ ਅਸੀਂ ਜਿਸ ਲਈ 27ਵੀਂ ਆਇਤ ਪੜ੍ਹਦੇ ਹਾਂ ਤੇ ਉੱਥੇ ਦੇਖਦੇ ਹਾਂ, ਕਹਿੰਦਾ ਪਰ ਕੁਝ ਲੋਕ 7ਵੇਂ ਦਿਨ ਵੀ ਭੋਜਨ ਦੀ ਖੋਜ ਦੇ ਵਿੱਚ ਮੈਦਾਨ ਦੇ ਵਿੱਚ ਗਏ ਤੇ ਉਹਨਾਂ ਨੂੰ ਕੁਝ ਨਾ ਮਿਲਿਆ। ਇਸ ਤੇ ਪ੍ਰਭੂ ਨੇ ਮੂਸਾ ਦੇ ਰਾਹੀਂ ਉਹਨਾਂ ਲੋਕਾਂ ਨੂੰ ਕਿਹਾ, ਤੁਸੀਂ ਕਦ ਤੱਕ ਮੇਰੇ ਹੁਕਮਾਂ ਤੇ ਵਿਵਸਥਾ ਦੀ ਅਵੱਗਿਆ ਕਰਦੇ ਰਹੋਗੇ। ਇਸੇ ਦਾ ਸੋ ਅਸੀਂ ਜਿਸ ਲਈ ਹੁਣ ਪ੍ਰਭੂ ਦੇ ਇਸ ਵਚਨ ਦੇ ਵਿੱਚ ਆਉਂਦੇ ਹਾਂ ਕਿ ਪ੍ਰਭੂ ਆਪਣੀ ਯਾਤਰਾ ਦੇ ਵਿੱਚ, ਸਾਡੀ ਯਾਤਰਾ ਦੇ ਵਿੱਚ ਆਪ ਸਭ ਕੁਝ ਪ੍ਰੋਵਾਈਡ ਕਰਦਾ। He is our provider. ਔਰ ਅਸੀਂ ਜਿਸ ਵੇਲੇ ਕੱਲ ਦੇ ਫਿਕਰ ਦੇ ਵਿੱਚ ਪੈ ਜਾਂਦੇ ਹਾਂ, ਕੱਲ ਦੇ ਫਿਕਰ ਦੇ ਵਿੱਚ ਪੈ ਜਾਂਦੇ ਕਿ ਆਹ ਇਕੱਠਾ ਕਰ ਲਈਏ, ਉਹ ਇਕੱਠਾ ਕਰ ਲਈਏ, ਮੁਸੀਬਤ ਇਹ ਉਹਦੀ ਹੁੰਦੀ ਆ ਕਿ ਅੱਜ ਦਾ ਦਿਨ ਵੀ ਅਸੀਂ ਚੈਨ ਗਵਾ ਲਏ, ਔਰ ਜਦ ਤੱਕ ਅਸੀਂ ਉੱਥੇ ਤੱਕ ਪਹੁੰਚਦੇ ਹਾਂ ਤੇ ਉਹ ਜਿਸ ਤਰ੍ਹਾਂ ਮੰਨੇ ਦੇ ਵਿੱਚੋਂ ਬੋ ਆਉਂਦੀ ਪਈ ਸੀ, ਉਸ ਦਾ ਹਾਲ ਇਹ ਹੋ ਜਾਂਦਾ। ਸੋ ਪ੍ਰਭੂ ਇਹ ਕਹਿ ਰਿਹਾ ਕਿ ਇਹ ਲੋਕ ਪ੍ਰਭੂ ਦੇ ਦਿੱਤੇ ਹੋਏ ਵਾਅਦੇ ਦੇ ਅਨੁਸਾਰ ਜੋ ਇਹਨਾਂ ਦੇ ਬਜ਼ੁਰਗੇ ਅਬਰਾਮ ਨੂੰ ਉਸਨੇ ਦਿੱਤਾ ਸੀ ਕਿ ਮੈਂ ਤੇਰਿਆਂ ਲੋਕਾਂ ਨੂੰ, ਉਸ ਵੇਲੇ ਉਹ ਅਬਰਾਮ ਜਿਹੜਾ ਸੀ ਉਹ ਪੈਲਸਟਾਈਨ ਦੀ ਧਰਤੀ ਦੇ ਉੱਤੇ ਸੀਗਾ, ਕਨਾਨ ਦੀ ਧਰਤੀ ਦੇ ਵਿੱਚ ਸੀਗਾ। ਉਸਨੇ ਕਿਹਾ ਸੀ ਸਾਰਾ ਕੁਛ ਮੈਂ ਤੈਨੂੰ ਦਊਂਗਾ, ਇੱਕ ਨਿੱਜੀਆਂ ਦੀ, ਫਰਿੱਜੀਆਂ ਦੀ, ਜਿੰਨੇ ਵੀ ਉੱਥੇ ਬੈਠੇ ਹੋ, ਉਹਨਾਂ ਸਾਰਿਆਂ ਦੀ ਧਰਤੀ ਮੈਂ ਤੇਰੀ ਸੰਤਾਨ ਨੂੰ ਦਊਂਗਾ। ਤੇਰੀ ਸੰਤਾਨ ਪਹਿਲਾਂ ਗੁਲਾਮ ਹੋ ਕੇ ਰਹੇਗੀ, ਫਿਰ ਉੱਥੋਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਮੈਂ ਲੈ ਕੇ ਆਊਂਗਾ। ਇਹ ਸਭ ਮੈਂ ਉਹਨਾਂ ਨੂੰ ਦਊਂਗਾ। ਸੋ ਇਹ ਪਹਿਲਾ ਨੇਮ ਜਿਹੜਾ ਪ੍ਰਭੂ ਨੇ ਬੰਨਿਆ, ਜਿਸ ਦਾ ਸਭ ਕੁਛ ਧਰਤੀ ਦੇ ਨਾਲ, ਇਹ ਜਿਹੜਾ ਨੇਮ ਸੀ ਇਹ ਧਰਤੀ ਦੇ ਨਾਲ ਸੀ। ਉਹਨਾਂ ਨੂੰ ਇਹ ਨੇਮ ਧਰਤੀ ਤੇ ਹੀ ਪੂਰਾ ਹੋਣਾ ਸੀ, ਔਰ ਉਸ ਨੇਮ ਨੂੰ ਦੇਣ ਵਾਲਾ ਪ੍ਰਭੂ ਆਪ, ਉਸ ਨੇਮ ਨੂੰ ਹੁਣ ਪੂਰਾ ਕਰਨ ਵਾਲਾ ਪ੍ਰਭੂ ਆਪ, ਔਰ ਉਸ ਨੇਮ ਨੂੰ ਪੂਰਾ ਕਰਨ ਦੇ ਵੇਲੇ ਜੋ ਕੁਝ ਚਾਹੀਦਾ ਇਹਨਾਂ ਲੋਕਾਂ ਨੂੰ, ਉਹ ਸਭ ਕੁਝ ਦੇਣ ਵਾਲਾ ਪ੍ਰਭੂ ਆਪ। ਐਂਡ ਦੈਟ ਇਜ਼ ਦ ਮੇਨ ਥਿੰਗ, ਦੈਟ ਇਜ਼ ਦ ਮੇਨ ਥਿੰਗ ਕਿ ਸਾਡਾ ਪ੍ਰੋਟੈਕਟਰ, ਸਾਡਾ ਪ੍ਰੋਵਾਈਡਰ, ਉਹ ਪ੍ਰੋਮਿਸ ਕੀਪਰ, ਜਿਸ ਪ੍ਰਭੂ ਦੇ ਪਿੱਛੇ ਅਸੀਂ ਚੱਲਦੇ ਪਏ। ਸੋ ਦੇਖੋ ਆਪਣੇ ਨੇਮ ਨੂੰ ਉਹ ਕਿਸ ਤਰੀਕੇ ਦੇ ਨਾਲ ਪੂਰਾ ਕਰਦਾ ਪਿਆ, ਔਰ ਬਾਰ-ਬਾਰ ਇਹਨਾਂ ਲੋਕਾਂ ਦੇ ਉੱਤੇ ਪ੍ਰਭੂ ਹਾਲੇ ਤਰਸ ਕਰਦਾ ਪਿਆ। ਇਹਨਾਂ ਨੂੰ ਬਾਰ-ਬਾਰ ਹਾਲੇ ਮਨਾ ਕਰੀ ਜਾਂਦਾ ਕਿ ਤੁਸੀਂ ਇਹ ਕੰਮ ਨਾ ਕਰੋ, ਇਹ ਬੜਬੜਾਹਟ ਨਾ ਕਰੋ, ਮੈਂ ਸਾਰਾ ਪ੍ਰਬੰਧ ਤੁਹਾਡਾ ਕੀਤਾ ਹੈ। ਲੇਕਿਨ ਉਹਨਾਂ ਨੂੰ ਆਪਣੀ ਆਦਤ ਉਹਨਾਂ ਦੀ ਨਹੀਂ ਜਾਂਦੀ ਪਈ, ਉਸੇ ਤਰ੍ਹਾਂ ਬੁੜਬੜਾਉਂਦੇ ਪਏ ਆ ਹਰ ਚੀਜ਼ ਦੇ ਵਿੱਚ,
ਕਿ ਤੂੰ ਕਿੱਥੇ ਆ ਪ੍ਰਭੂ, ਕਿੱਥੇ ਆ ਤੂੰ, ਸਾਨੂੰ ਮਰਨ ਦੇ ਲਈ ਕਿਉਂ ਲੈ ਕੇ ਆ, ਤੂੰ ਸਾਨੂੰ ਧਿਆਏ ਮਰਨ ਦੇ ਲਈ, ਸਾਡੇ ਲਈ ਉੱਥੇ ਕਬਰਾਂ ਹੈ ਨਹੀਂ ਸੀ ਜਿਹੜਾ ਤੂੰ ਇੱਥੇ ਲੈ ਕੇ ਆ ਗਿਆ। ਤੇ ਉਹ ਇਹੋ ਹੀ ਚੀਜ਼ ਪ੍ਰਭੂ ਦੇ ਦੁਆਲੇ ਕਰੀ ਜਾਂਦੀ। ਅਸੀਂ ਵੀ ਜਿਹੜੇ ਅੱਜ ਸਾਡਾ ਜਿਨ੍ਹਾਂ ਦਾ ਵਿਸ਼ਵਾਸ ਮਿਰਾਕਲ ਤੋਂ ਮਿਰਾਕਲ ਤੱਕ, ਇਹੋ ਹੀ ਹਾਲਤ ਉਹਨਾਂ ਦੀ ਹੁੰਦੀ ਹੈ। ਇਸ ਤਰ੍ਹਾਂ ਦਾ ਜੀਵਨ ਹੀ ਹੁੰਦਾ ਉਹਨਾਂ ਦਾ, ਕਿਉਂਕਿ ਇੱਕ ਮਿਰਾਕਲ ਚੋਂ ਨਿਕਲਿਆ ਦੂਜੇ ਮਿਰਾਕਲ ਦੀ ਵੇਟ ਦੇ ਵਿੱਚ ਹੁੰਦੇ। ਪ੍ਰਭੂ ਇਸ ਤਰ੍ਹਾਂ ਮਿਰਾਕਲ ਨਹੀਂ ਕਰਦਾ ਜਿੱਦਾਂ ਅਸੀਂ ਕਹਿੰਦੇ। ਉਹ ਸਾਡਾ ਦਾਸ ਨਹੀਂ, ਉਹ ਸਾਡਾ ਪ੍ਰਭੂ ਹੈ। ਔਰ ਸਾਡੇ ਪ੍ਰਭੂ ਨੇ ਸਾਡੀਆਂ ਸਭ ਜ਼ਰੂਰਤਾਂ ਨੂੰ ਪੂਰੀਆਂ ਕਰਨਾ ਹੈ, ਕਿਉਂਕਿ ਅਸੀਂ ਦੂਜੇ ਨੇਮ ਦੀ ਯਾਤਰਾ ਤੇ ਤੁਰੇ। ਜਿਹੜੀ ਸਾਡੀ ਯਾਤਰਾ ਆ ਉਹ ਦੂਸਰੇ ਨੇਮ, ਔਰ ਦੂਸਰਾ ਨੇਮ ਜਿਹੜਾ ਸਾਨੂੰ ਪ੍ਰਭੂ ਯਿਸੂ ਮਸੀਹ ਨੇ ਦਿੱਤਾ, ਉਹ ਉਸਨੇ ਨੇਮ ਜਿਹੜਾ ਦਿੱਤਾ, ਅਗਰ ਤੁਸੀਂ ਉਸਨੂੰ ਦੇਖਣਾ ਚਾਹੋ ਤੇ ਉਹ ਜਿਹੜਾ ਨੇਮ ਆਉਂਦਾ ਹੈ, ਉਹ ਪ੍ਰਭੂ ਯਿਸੂ ਮਸੀਹ ਨੇ ਜਿਸਲੇ ਆਪਣਾ ਭੋਜ ਦਿੱਤਾ ਲੋਕਾਂ ਨੂੰ, ਔਰ ਉਸ ਭੋਜ ਦੇ ਉੱਤੇ ਜਿਸਲੇ ਪਸਾਹ ਵਾਲੇ ਦਿਨ ਜਿਸਲੇ ਉਸ ਭੋਜ ਦੇ ਉੱਤੇ ਬੈਠੇ ਉੱਥੇ ਉਸਨੇ ਨਿਯਮ ਦਿੱਤਾ। ਉਸ ਤੋਂ ਬਾਅਦ ਉਸਨੇ ਚੇਲਿਆਂ ਦੇ ਪੈਰ ਧੋਤੇ। ਉਸ ਤੋਂ ਬਾਅਦ ਫਿਰ ਜਿਹੜੇ ਖਾਸ ਕਰਕੇ ਯਹੂਨਾ ਦੇ 12, 13, 14, 15, 16, 17 ਜਿਹੜਾ ਚੈਪਟਰ, ਉਹਦੇ ਵਿੱਚ ਸਾਰੇ ਦਾ ਸਾਰਾ ਨੇਮ ਪ੍ਰਭੂ ਨੇ ਸਾਨੂੰ ਦਿੱਤਾ ਕਿ ਕਿਸ ਤਰ੍ਹਾਂ ਉਹ ਸਾਰਾ ਜਿਹੜਾ ਨੇਮ ਉਹ ਸਾਡੇ ਲਈ ਹੋਏਗਾ। ਔਰ ਇਸੇ ਤਰ੍ਹਾਂ ਜਿਹੜੇ ਪਿਛਲੇ ਚੈਪਟਰ ਬਾਕੀ ਦੇ ਗੋਸਪਲਸ ਦੇ, ਉੱਥੇ ਅਸੀਂ ਉਸ ਨੇਮ ਨੂੰ ਦੇਖਦੇ ਹਾਂ। ਸਾਡੇ ਨਾਲ ਦੂਜਾ ਨੇਮ ਜਿਹੜਾ ਪ੍ਰਭੂ ਨੇ ਬੰਨਿਆ ਕਿ ਜਦੋਂ ਤੱਕ ਇਹ ਪੂਰਾ ਨਾ ਹੋ ਜਾਏ, ਜਦੋਂ ਤੱਕ ਮੈਂ ਵਾਪਸ ਨਾ, ਇਸ ਨੇਮ ਨੂੰ ਤੁਸੀਂ ਚੇਤੇ ਰੱਖਣਾ। ਜਦੋਂ ਇਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਹਮੇਸ਼ਾ ਇਸ ਚੀਜ਼ ਨੂੰ ਚੇਤੇ ਰੱਖਣਾ ਕਿਸ ਤਰ੍ਹਾਂ ਪ੍ਰਭੂ ਨੇ ਤੁਹਾਨੂੰ ਪਸਾਹ ਵਾਲੇ ਦਿਨ ਤੁਹਾਨੂੰ ਆਜ਼ਾਦ ਕੀਤਾ ਸੀ, ਔਰ ਇਸ ਚੀਜ਼ ਨੂੰ ਹਮੇਸ਼ਾ ਤੁਸੀਂ ਚੇਤੇ ਰੱਖਣਾ। ਔਰ ਇਹੋ ਹੀ ਨੇਮ ਸਾਨੂੰ ਦਿੱਤਾ ਗਿਆ ਜਿਸ ਲਈ ਪ੍ਰਭੂ ਯਿਸੂ ਮਸੀਹ ਨੇ ਆਪਣਾ ਸਰੀਰ ਔਰ ਆਪਣਾ ਲਹੂ ਦੇ ਕੇ ਉਸਨੇ ਸਾਡੇ ਨਾਲ ਨੇਮ ਬੰਨਿਆ। ਉਸਨੇ ਕਿਹਾ ਇਸ ਚੀਜ਼ ਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ, ਔਰ ਇਸ ਕਰਕੇ ਅਸੀਂ ਪ੍ਰਭੂ ਦਾ ਭੋਜ ਲੈਂਦੇ। ਸੋ ਪਿਆਰੇ ਭੈਣ ਭਰਾਓ, ਪੁਰਾਣਾ ਨਿਯਮ ਸਾਨੂੰ ਇਹ ਦੱਸਦਾ ਕਿ ਪ੍ਰਭੂ ਆਪਣੇ ਲੋਕਾਂ ਦੇ ਨਾਲ ਕਿੱਦਾਂ ਚੱਲਦਾ, ਔਰ ਉੱਥੇ ਅਸੀਂ ਅਬਰਾਹਮ ਦੇ ਨਾਲ ਕੀਤੇ ਨੇਮ ਨੂੰ ਪੂਰਾ ਕਰਨ ਦੇ ਲਈ ਪ੍ਰਭੂ ਕੀ ਕੁਛ ਕਰ ਰਿਹਾ, ਔਰ ਦੂਜੀ ਜਗ੍ਹਾ ਦੇ ਉੱਤੇ ਜਿਹੜਾ ਮਸੀਹ ਦੇ ਰਾਹੀਂ ਜਿਹੜਾ ਸਾਨੂੰ ਨੇਮ ਮਿਲਿਆ ਉਸ ਨੂੰ ਪੂਰਾ ਕਰਨ ਦੇ ਲਈ ਪ੍ਰਭੂ ਕੀ ਕਰੇਗਾ। ਇਹ ਤਾਂ ਰਹਿਮ ਉਸਦਾ ਦਾਸਤਾਨ ਸਾਡੇ ਦਿਲਾਂ ਦੇ ਵਿੱਚ ਪਾਸ ਹੈ। ਪਰ ਅਸੀਂ ਸਭ ਦੇਸ਼ਾਂ ਦੀ ਇੱਕ ਯਾਤਰਾ ਤੇ ਹਾਂ ਔਰ ਘਰ ਵੱਲ ਨੂੰ ਜਾ ਰਹੇ, ਔਰ ਸਾਡੀ ਵਾਅਦੇ ਦੀ ਧਰਤੀ ਇਸ ਧਰਤੀ ਤੇ ਨਹੀਂ। ਸਾਡੇ ਵਾਅਦੇ ਦੀ ਧਰਤੀ ਪ੍ਰਭੂ ਨੇ ਬਣਾਈ ਆ। ਉਸਨੇ ਕਿਹਾ ਤੁਹਾਡਾ ਦਿਲ ਨਾ ਘਬਰਾਏ। ਮੇਰੇ ਬਾਪ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਨੇ, ਜੇ ਨਾ ਹੁੰਦੀਆਂ ਤੇ ਕੀ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਜਾ ਕੇ ਬਣਾਉਂਗਾ ਫਿਰ ਤੁਹਾਨੂੰ ਵਾਪਸ ਆ ਕੇ ਲੈ ਜਾਊਂਗਾ। ਉਸਨੇ ਸਾਨੂੰ ਨੇਮ ਦਿੱਤਾ, ਸਾਡੀ ਵਾਅਦੇ ਦੀ ਧਰਤੀ ਸਾਨੂੰ ਦੱਸੀ ਹੈ ਉਹ ਕਿੱਥੇ ਹੈ, ਅਸੀਂ ਕਿੱਥੇ ਜਾ ਰਹੇ ਹਾਂ। ਪਰ ਅਸੀਂ ਵੀ ਯਾਤਰਾ ਤੇ, ਸੋ ਖੁਸ਼ ਰਹੋ ਪ੍ਰਭੂ ਦੇ ਵਿੱਚ, ਬਣੇ ਰਹੋ। ਇਹ ਉਚਾਈਆਂ ਨਮਾਈਆਂ ਹੋਈਆਂ, ਪਰ ਯਾਤਰਾ ਵਿੱਚ ਬਣੇ ਰਹੋ, ਉਹਦੀ ਨਜ਼ਦੀਕੀ ਦੇ ਵਿੱਚ। ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਹਾਂ ਤੂੰ ਸਾਡਾ ਮਹਾਨ ਪਰਮੇਸ਼ਵਰ, ਪਰ ਕਿਸ ਤਰ੍ਹਾਂ ਤੂੰ ਆਪਣੇ ਬੱਚਿਆਂ ਦੇ ਸੰਗ ਪ੍ਰਭੂ ਜੀ ਚੱਲਦਾ, ਕਿਸ ਤਰ੍ਹਾਂ ਹਰ ਪਾਸੇ ਤੂੰ ਸਾਨੂੰ ਸੰਭਾਲ ਕੇ ਲੈ ਕੇ ਤੁਰਿਆ ਹੈ ਪ੍ਰਭੂ ਜੀ। ਸਾਡੇ ਪੈਰਾਂ ਦੇ ਥੱਲੇ ਤੇਰਾ ਛੋਟਾ ਰਸਤਾ, ਔਰ ਪ੍ਰਭੂ ਜੀ ਸਾਡੇ ਅੱਗੇ ਤੇਰੀ ਅਗਵਾਈ, ਪਿੱਛੇ ਤੇਰੀ ਪ੍ਰੋਟੈਕਸ਼ਨ, ਸੱਜੇ ਖੱਬੇ ਪ੍ਰਭੂ ਜੀ ਤੇਰਾ ਸਾਥ, ਸਵਰਗ ਤੋਂ ਤੇਰੀ ਨਿਗਾਹਬਾਨੀ, ਔਰ ਸਾਡੇ ਅੰਦਰ ਪਵਿੱਤਰ ਆਤਮਾ। ਸਾਡੇ ਸੱਤੇ ਪਾਸਿਆਂ ਨੂੰ ਪ੍ਰਭੂ ਜੀ ਤੂੰ ਲੈ ਕੇ, ਤੂੰ ਪ੍ਰਭੂ ਜੀ ਆਪ ਭਰਪੂਰੀ ਦੇ ਕੇ ਸਾਨੂੰ ਲੈ ਕੇ ਚੱਲ ਰਹੇ। ਅਸੀਂ ਤੇਰਾ ਸ਼ੁਕਰ ਕਰਦੇ ਪਿਆਰੇ ਪ੍ਰਭੂ। ਜਦ ਤੱਕ ਅਸੀਂ ਦੁਆਰਾ ਮਿਲੀਏ, ਤੇਰੇ ਇਹ ਸ਼ਬਦ ਸਾਡਿਆਂ ਦਿਲਾਂ ਦੇ ਵਿੱਚ ਗੂੰਜਦੇ ਰਹਿਣ, ਔਰ ਪ੍ਰਭੂ ਜੀ ਅਸੀਂ ਤੇਰੇ ਰਸਤੇ ਤੇ ਚੱਲਦੇ ਰਹੀਏ।
बुरे और बुराई तो बचा के रखी, अपनी नजदीकी दे विच बना के रखी। मसीह यसू दे मिठे और प्यारे नाम दे विच सब कुछ मंगते और सब भैन भरा के ब्लेस यू। हाँ, कल नूं मिलांगे और कल नूं आपां थोड़ी जी डॉक्यूमेंटरी देखांगे और फिर असीं प्रभु दे वचन दे विच चैप्टर 17 जिहड़ा बहुत इंपोर्टेंट चैप्टर है उसनूं देखांगे और किदां प्रभु उन्हां नूं बरकत तो बाद बरकत दे रहा। कल नूं उस चट्टान नूं देखांगे जो उन्हां दे नाल नाल तुरदी सी और जिथों ਉਹ ਪਾਣੀ ਪੀਂਦੇ ਸੀ। Bless you.